ਕੋਰਟ ਕੰਪਲੈਕਸ 'ਚ J&K ਬੈਂਕ ATM ਦੇ ਅੰਦਰ ਕੁੜੀ ਨੂੰ ਲੁਕੋ ਕੇ ਰੱਖਿਆ ਹੋਇਆ ਸੀ। ਤਾਈ ਨੂੰ ਜੀ ਮੈਂ ਵੀ ਉੱਥੇ ਪਹੁੰਚ ਗਿਆ, ਸਰਸਾ ਸਾਹਿਬ ਵੀ ਉੱਥੇ ਪਹੁੰਚ ਗਏ। ਸਰਸਾ ਸਾਹਿਬ ਆਪਣੇ ਧਰਨੇ ਲਾ ਰਹੇ ਸੀਗੇ, ਆਪਾਂ ਆਪਣਾ ਕੰਮ ਕਰ ਰਹੇ ਸੀਗੇ। ਸਰਸਾ ਸਾਹਿਬ ਜਲੂਸ ਕੱਢ ਰਹੇ ਸੀਗੇ, ਮੀਟਿੰਗਾਂ ਕਰ ਰਹੇ ਸੀਗੇ। 28 ਤਰੀਕ ਸ਼ਾਮ ਨੂੰ ਇੱਕ ਮੁੰਡਾ ਜੀ, ਉਹਦਾ ਨਾਂ ਸੁਖਪ੍ਰੀਤ, ਤੇ ਸੁਖਪ੍ਰੀਤ ਨੂੰ ਤਿਆਰ ਕੀਤਾ ਵਿਆਹ ਲਈ, ਤੇ ਉਹ ਰੈਡੀ ਹੋ ਗਿਆ, ਉਹਦੇ ਪੇਰੈਂਟਸ ਰੈਡੀ ਹੋ ਗਏ, ਕੁੜੀ ਦੇ ਨਾਲ ਸਲਾਹ ਹੋਈ, ਕੁੜੀ ਤਿਆਰ ਹੋ ਗਈ। ਇਹਦੇ 'ਚ ਸਿਆਸਤ ਇਸ ਤਰੀਕੇ ਦੀ ਹੋਈ ਕਿ ਵੀ ਦੋਨੋਂ ਧੜਿਆਂ ਵੱਲੋਂ ਇੱਕ ਪ੍ਰੈਸ਼ਰ ਜਿਹੜਾ ਵਾ ਉਹ ਕੁੜੀ ਦੇ ਪਰਿਵਾਰ ਤੇ ਪਾਏਗਾ ਕਿ ਜੀ ਅਸੀਂ ਤੁਹਾਡੀ ਟਿਕਟਾਂ ਕਰਾ ਕੇ ਤੁਹਾਨੂੰ ਦਿੱਲੀ ਲੈ ਜਾਂਦੇ ਆ। ਇਹਨਾਂ ਨੇ ਉੱਥੇ ਜੀ ਪਹਿਲਾਂ ਤਾਂ ਸ਼੍ਰੀਨਗਰ 'ਚ ਇਹਨਾਂ ਨੇ ਉੱਥੇ ਫੋਟੋ ਆਪ ਕੀਤੀ, ਦਿੱਲੀ ਲੈਂਡ ਕਰਕੇ ਇਹਨਾਂ ਨੇ ਐਡਾ ਵੱਡਾ ਉਹਦਾ ਇਵੈਂਟ ਬਣਾਇਆ ਕਿ ਜੀ ਮੈਂ ਪਤਾ ਨਹੀਂ ਕੀ ਕਰਤਾ, ਔਰ ਪਤਾ ਨਹੀਂ ਸਮਹਾਉ ਐਜ਼ ਇਫ ਸਾਰਾ ਕੰਮ ਸਰਸਾ ਸਾਹਿਬ ਹੀ ਕਰ ਰਿਹਾ ਹੈ ਉੱਥੇ ਜਾ ਕੇ। ਜਿਹੜੇ ਲੋਕਲ ਉੱਥੇ ਦੀਆਂ ਮਤਲਬ ਸਿੱਖ ਜਥੇਬੰਦੀਆਂ ਨੇ, ਜਾਂ ਜਿਹੜੇ ਲੋਕਲ ਉੱਥੇ ਦੇ ਯੂਨਾਈਟਿਡ ਸਿੱਖ ਫਰਮ ਹੈ ਜਾਂ ਪੰਥ ਦਰਦੀ ਫਾਊਂਡੇਸ਼ਨ ਹੈ ਇਹਨਾਂ ਦੇ ਬਾਰੇ ਕੋਈ ਉਹਨਾਂ ਨੇ ਵੇਰਵਾ ਦਿੱਤਾ। ਜਿਹੜੇ ਬੰਦੇ ਇਹਦੇ ਵਿੱਚ ਇਨਵੋਲਵ ਸੀ ਉਹਦਾ ਕਿਸੇ ਨੂੰ ਕ੍ਰੈਡਿਟ ਨਹੀਂ ਦਿੱਤਾ। ਹਜ਼ੂਰ ਸਰਨਾ ਸਾਹਿਬ ਵੀ ਲਾਉਂਦੇ ਰਹੇ, ਕਹਿਣ ਦਾ ਭਾਵ ਕਿ ਦੋਵੇਂ ਕ੍ਰੈਡਿਟ ਵਾਰ 'ਚ ਫਸ ਗਏ। ਟਿਕਟਾਂ ਦਾ ਤਾਂ ਭਾਜੀ ਦੇਖੋ ਐ ਹੈ ਕਿ ਵੀ ਜਿਹੜਾ ਮੈਂ ਤੁਹਾਨੂੰ ਫੈਕਚੁਅਲ ਦੱਸ ਰਿਹਾ, ਟਿਕਟਾਂ ਤਾਂ ਦੋਨਾਂ ਨੇ ਆਫਰ ਕੀਤੀਆਂ ਜੀ, ਅਸੀਂ ਲੈ ਜਾਂਦੇ ਆ। ਮਸਲੇ ਦਾ ਹੀਰੋ ਜਿਹੜਾ ਯੂਨਾਈਟਿਡ ਸਿੱਖ ਫੋਰਮ ਨੂੰ ਮੰਨਿਆ ਜਾਵੇ ਕਿ ਅਸਲ ਜ਼ੋਰ ਉਹਨਾਂ ਦਾ ਲੱਗਿਆ। ਜਿਹੜੇ ਮੌਕੇ ਦੇ 26 ਤਰੀਕ ਨੂੰ ਇਸ ਕੁੜੀ ਨੂੰ ਬਿੰਬਨਾ ਕੋਰਟ ਦੇ ਵਿੱਚੋਂ ਦੀ ਕੱਢ ਕੇ ਲਿਆਏ, ਜਿਨ੍ਹਾਂ ਨੇ ਸਿੱਧੇ ਤੌਰ ਤੇ ਪੁਲਿਸ ਨਾਲ, ਕੋਰਟ ਨਾਲ, ਕਾਨੂੰਨ ਨਾਲ ਸਿੱਧਾ ਟਾਕਰਾ ਲਿੱਤਾ। ਇਹ ਆ ਸਿੱਖ ਕਮਿਊਨਿਟੀ ਦੀ ਵੈਲੀ ਦੇ ਵਿੱਚ ਕਿ ਉਹਨਾਂ ਦੀ ਨੁਮਾਇੰਦਗੀ ਨਹੀਂ ਹੈ। ਉਹਨਾਂ ਨੂੰ ਨਾ ਸਰਕਾਰੀ ਨੌਕਰੀਆਂ 'ਚ ਕੋਈ ਰਿਜ਼ਰਵੇਸ਼ਨ ਆ, ਪ੍ਰਾਈਵੇਟ ਸੈਕਟਰ ਉੱਥੇ ਨੌਕਰੀਆਂ ਹੈ ਨਹੀਂ, ਇੰਡਸਟਰੀ ਉੱਥੇ ਹੈ ਨਹੀਂ। SGPC ਨੂੰ ਸਭ ਤੋਂ ਪਹਿਲਾਂ ਅਕਾਲੀ ਦਲ ਤੋਂ ਡੀਲਿੰਕ ਕਰੋ, ਡੀਕਪਲ ਕਰੋ। SGPC has to be decoupled from the political wing, which is the ਅਕਾਲੀ ਦਲ। ਅਕਾਲੀ ਦਲ ਦੀ ਇੱਕ ਟਾਈਮ ਤੇ MLA ਚੋਣ ਲੜੀ ਹੋਈ ਬੀਬੀ ਜਗੀਰ ਕੌਰ ਅੱਜ SGPC ਦੀ ਪ੍ਰਧਾਨ ਨੇ। ਇੱਕ ਸਾਡੀ ਭੈਣ ਆ, ਉਹਦੀ ਤਕਲੀਫ ਸੁਣ ਕੇ ਰਮਨ ਭਾਈ ਜੀ ਇੰਨਾ ਦੁੱਖ ਹੁੰਦਾ। ਉਹ ਇੱਕ ਮੁਸਲਮਾਨ ਨਾਲ ਕਨਵਰਟ ਹੋ ਕੇ ਵਿਆਹ ਗਈ ਸੀਗੀ ਜੀ, 4 ਮਹੀਨੇ ਦੀ ਪ੍ਰੈਗਨੈਂਟ ਦੇ ਢਿੱਡ 'ਚ ਠੁੱਡੇ ਮਾਰ ਕੇ ਉਹਦਾ ਬੱਚਾ ਮਿਸਕੈਰੇਜ ਕੀਤਾ। ਸਾਡੀਆਂ ਭੈਣਾਂ ਉੱਥੇ ਉਹਨਾਂ ਦੇ ਨੌਕਰਾਨੀਆਂ ਵਾਂਗੂ ਇਸਤੇਮਾਲ ਕਰਦੇ ਆ। ਇਹ ਨਾ ਜਿਹੜੀ ਸਰਮੌਰ ਸਾਡੀ ਸੰਸਥਾ ਆ SGPC, ਨਾ ਸਾਡੇ ਜਿਹੜੇ ਲੀਡਰ ਨੇ ਉਹ ਸਿਆਸਤਦਾਨ ਤਾਂ ਭਾਈ ਜੀ ਪਾਕਿਸਤਾਨ ਜਾਣਗੇ ਤਾਂ ਸਿੱਧੂ ਸਾਹਿਬ ਜੱਫੀ ਪਾ ਲੈਣਗੇ ਉਹਨੂੰ, ਬਾਜਵੇ ਨੂੰ। ਉਹ ਪੜਨਗੇ ਸ਼ੇਰ ਜੀ ਐਡੇ ਲੰਬੇ ਇਮਰਾਨ ਖਾਨ ਦੀ ਤਾਰੀਫ 'ਚ। ਤੇ ਜਦੋਂ ਉੱਥੇ ਸਿੱਖਾਂ ਦੀ ਕੁੜੀਆਂ ਨਾਲ ਧੱਕਾ ਹੁੰਦਾ, ਜਗਜੀਤ ਕੌਰ ਸਾਡੀ ਕੁੜੀ ਸੀਗੀ ਨਨਕਾਣਾ ਸਾਹਿਬ ਦੀ, ਉਦੋਂ ਕਿੱਥੇ ਸੀਗੇ ਸਿੱਧੂ ਸਾਹਿਬ? ਜਦੋਂ ਦੋਹੇ ਬਾਹਾਂ ਚੱਕ ਕੇ ਹਾਲੇਲੂਇਆ ਤੁਸੀਂ ਕਰਦੇ ਹੋ, ਫਿਰ ਤੁਸੀਂ ਕਿਵੇਂ ਰੋਕੋਗੇ ਇਹਨਾਂ ਕੰਮਾਂ ਨੂੰ? ਸਤਿ ਸ਼੍ਰੀ ਅਕਾਲ, ਜਗਬਾਣੀ TV ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਮਨਦੀਪ ਸਿੰਘ ਸੋਢੀ। ਅੱਜ ਦੀਆਂ ਖਬਰਾਂ ਤੇ ਸੋਸ਼ਲ ਮੀਡੀਆ ਦੇ ਮਾਰਫਤ ਤੁਹਾਡੀ ਨਜ਼ਰੇ ਇਹ ਖਬਰ ਯਕੀਨੀ ਤੌਰ ਤੇ ਪਈ ਹੋਵੇਗੀ ਕਿ ਕਸ਼ਮੀਰ ਦੇ ਵਿੱਚ ਸਿੱਖ ਕੁੜੀਆਂ ਦਾ ਜ਼ਬਰੀ ਧਰਮ ਪਰਿਵਰਤਨ ਕੀਤਾ ਗਿਆ ਸੀ, ਔਰ ਬਹਰਹਾਲ ਉਹਨਾਂ ਕੁੜੀਆਂ ਨੂੰ ਵਾਪਸ ਜਿਹੜਾ ਹੈ ਉਹ ਲੈ ਆਂਦਾ ਗਿਆ ਹੈ। ਦਿੱਲੀ ਤੋਂ ਇਹ ਖਬਰ ਆਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਉੱਤੇ ਖਬਰ ਤੁਸੀਂ ਪੜ੍ਹੀ ਹੋਵੇਗੀ। ਇਕੱਲੇ ਕਸ਼ਮੀਰ ਦੇ ਵਿੱਚ ਹੀ ਨਹੀਂ, ਕਈ ਵਾਰ ਪਾਕਿਸਤਾਨ ਤੋਂ ਵੀ ਖਬਰਾਂ ਆਉਂਦੀਆਂ ਨੇ। ਡਾਇਸਪੋਰਾ ਤੋਂ ਅਕਸਰ ਅਸੀਂ ਇਹ ਖਬਰਾਂ ਪੜ੍ਹਦੇ ਹਾਂ, ਔਰ ਪੰਜਾਬ ਦੇ ਵਿੱਚ ਵੀ ਇਹ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਸਿੱਖ ਭਾਈਚਾਰੇ ਦੇ ਲੋਕ, ਕੁੜੀਆਂ ਤੋਂ ਇਲਾਵਾ ਜਿਹੜੇ ਆਮ ਇਨਸਾਨ ਹੈਗੇ ਨੇ, ਜਿਹੜੇ ਵਿਅਕਤੀ ਵੀ ਹੈਗੇ ਨੇ, ਉਹਨਾਂ ਦੀ ਵੀ ਅਕਸਰ ਇਹ ਖਬਰ ਆਉਂਦੀ ਹੈ ਕਿ ਦੂਸਰੇ ਧਰਮਾਂ ਦੇ ਵਿੱਚ ਪਰਿਵਰਤਨ ਹੋ ਰਿਹਾ। ਮਸਲਾ ਬੜਾ ਚਿੰਤਾ ਵਾਲਾ ਹੈ, ਬੜਾ ਚਿੰਤਾ ਵਾਲਾ ਵਿਸ਼ਾ ਔਰ ਚਿੰਤਨ ਕਰਨ ਵਾਲਾ ਵੀ ਹੈਗਾ। ਪਰ ਇੱਕ ਸੱਚਾਈ ਜਿਹੜੀ ਹੈ ਉਹ ਅਸੀਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਬਹੁਤ ਸਾਰੀਆਂ ਖਬਰਾਂ ਸਾਡੇ ਕੋਲ ਮਿਲ ਰਹੀਆਂ ਨੇ ਕਿ ਕਸ਼ਮੀਰ ਦੇ ਵਿੱਚ ਅਸਲੀਅਤ ਤੌਰ ਤੇ ਬੀਤਿਆ ਕੀ ਹੈ। ਕਿਉਂਕਿ ਇੱਕ ਲੜਕੀ ਦੀ ਅਜਿਹੀ ਵੀਡੀਓ ਵੀ ਆਈ ਹੈ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਧਰਮ ਪਰਿਵਰਤਨ ਕੀਤਾ। ਹਾਲਾਂਕਿ ਪਰਿਵਾਰ ਦਾ ਵੱਖਰਾ ਵਿਊ ਪੁਆਇੰਟ ਆ, ਪਰ ਅਸਲ 'ਚ ਜਿਹੜਾ ਮਨਮੀਤ ਵਾਲਾ ਇਹ ਕਿੱਸਾ ਹੈਗਾ, ਇਹਦੀ ਸੱਚਾਈ ਕੀ ਹੈਗੀ ਹੈ? ਕਿਉਂਕਿ ਪਤਾ ਲੱਗਿਆ ਕਿ ਉੱਥੇ ਵੱਖਰੇ ਤੌਰ ਤੇ ਕੁਝ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਕਿ ਉਪਰਾਲੇ ਕਰ ਰਹੀਆਂ ਸਨ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕੁਝ ਮਸਲੇ ਸਿਆਸਤ ਦਾ ਸ਼ਿਕਾਰ ਬਣ ਜਾਂਦੇ ਨੇ, ਪਰ ਸੱਚਾਈ ਕੀ ਹੈਗੀ ਆ? ਰਮਨੀਕ ਸਿੰਘ ਮਾਨ ਸਮਾਜ ਸੇਵੀ ਜਿਹੜੇ ਕਿ ਇਸ ਵਿਸ਼ੇ ਤੇ ਕੰਮ ਕਰ ਰਹੇ ਸਨ, ਉਹ ਸਾਡੇ ਨਾਲ ਇਸ ਵਕਤ ਮੌਜੂਦ ਨੇ। ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਤੌਰ ਤੇ ਡੂੰਘਾਈ ਦੇ ਵਿੱਚ ਇਹ ਮਾਮਲਾ ਹੈ ਕੀ ਸੀ ਔਰ ਕੀ ਸੱਚਾਈ ਸੀ, ਔਰ ਅਸਲ ਸਿਹਰਾ ਜਿਹੜਾ ਹੈ ਇਹ ਦੂਸਰੇ ਭਾਈਚਾਰੇ ਦੇ ਚੁੰਗਲ ਚੋਂ ਕੁੜੀ ਨੂੰ ਛਡਾਉਣ ਦਾ ਕਿਹਦੇ ਸਿਰ ਤੇ ਜਾਂਦਾ ਹੈ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਮਾਨ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਗਬਾਣੀ ਤੇ। ਥੈਂਕ ਯੂ, ਮਿਹਰਬਾਨੀ, ਬਹੁਤ ਸ਼ੁਕਰੀਆ। ਮਾਨ ਸਾਹਿਬ, ਮੈਂ ਚਾਹੂੰਗਾ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਜਗਬਾਣੀ ਦੇ ਦਰਸ਼ਕਾਂ ਨੂੰ ਆਪਣੇ ਬਾਰੇ ਤਾਰੁਫ ਕਰਵਾ ਦਿਓ। ਰਮਨੀਕ ਮਾਨ ਕੌਣ ਹੈ? ਅਸੀਂ ਜੀ ਗੁਰੂ ਘਰ ਦੇ ਕੁੱਕਰ ਹੈ। ਮੇਰੀ ਕੀ ਹੈਸੀਅਤ, ਮੇਰੀ ਕੀ ਔਕਾਤ? ਅਸੀਂ ਕੁਛ ਨਹੀਂ ਹੈ ਜੀ। ਇਹ ਆ ਕਿ ਬਈ ਸੰਪਰਕ 'ਚ ਹੈਗੇ ਆ,
ਚਾਹੇ ਇੰਡੀਆ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਦੇ ਨਾਲ ਜਾਂ ਆਪਣੇ ਜਿਹੜੇ ਪੰਥ ਦੇ ਦਰਦੀ ਲੋਕ ਨੇ ਉਹਨਾਂ ਨਾਲ ਜੁੜੇ ਹੋਏ ਆ, ਬਾਹਰਲੇ ਮੁਲਕਾਂ ਜੁੜੇ ਹੋਏ ਆ। ਇਹ ਮਸਲਾ ਕੀ ਹੈ ਬਾਈ ਜੀ ਕਿ 26 ਜੂਨ ਨੂੰ ਜੀ ਇਹ ਬੈਮਨਾ ਕੋਟ ਹੈਗਾ ਜੀ ਇੱਥੇ ਇੱਕ ਸ਼੍ਰੀਨਗਰ 'ਚ, ਤੇ ਬੈਮਨਾ ਕੋਟ 'ਚ ਇਹ ਜਿਹੜੀ ਸਾਡੀ ਕੁੜੀ ਆ ਮਨਮੀਤ, ਇਹਨੂੰ ਇੱਕ ਕਰੀਬਨ 50 ਸਾਲ ਦਾ ਬੰਦਾ ਸ਼ਾਹਿਦ ਨਜ਼ੀਰ ਬੱਟ ਜਿਹੜਾ ਆ, ਇਹ ਉਹਨੂੰ ਲੈ ਕੇ ਕੋਰਟ 'ਚ ਪਹੁੰਚ ਗਿਆ ਉਹਦੇ ਬਿਆਨ ਕਰਾਉਣ ਨੂੰ। ਪੁਲਿਸ ਦਾ ਪੂਰਾ ਕਵਰ ਸੀਗਾ ਜੀ। ਇੱਕ ਉੱਥੇ ਸਬ ਇੰਸਪੈਕਟਰ ਸੀਗਾ, ਸਬ ਇੰਸਪੈਕਟਰ ਦਾ ਨਾਮ ਹੈ ਨਜ਼ੀਰ, ਤੇ ਉਹਨੇ ਕੀ ਕੀਤਾ ਬੈਮਨਾ ਕੋਰਟ 'ਚ ਜਦੋਂ 164 ਦੇ ਬਿਆਨ ਕਰਾਣੇ ਸੀ ਕੁੜੀ ਦੇ, ਉਹ ਆ ਗਏ ਜੀ ਲੈ ਕੇ, ਤੇ ਉਰਦੂ 'ਚ ਲਿਖੀ ਤਹਿਰੀਰ, ਜਿਹੜੀ ਕੁੜੀ ਦੇ ਫਾਦਰ ਹੈ ਰਜਿੰਦਰ ਸਿੰਘ, ਉਹਨਾਂ ਨੂੰ ਕਿਹਾ ਕਿ ਜੀ ਆਹ ਤਹਿਰੀਰ ਤੁਸੀਂ ਸਾਈਨ ਕਰੋ ਜੀ। ਤੇ ਉਹ ਕਹਿੰਦੇ ਕਿ ਭਾਈ ਇਸ 'ਚ ਲਿਖਿਆ ਕੀ ਹੋਇਆ? ਕਹਿੰਦੇ ਭਾਈ ਇਸ 'ਚ ਆਹੀ ਲਿਖਿਆ ਹੋਇਆ ਕਿ ਵੀ ਤੁਹਾਡੀ ਕੁੜੀ ਤੁਹਾਨੂੰ ਹੈਂਡਓਵਰ ਕਰ ਰਹੇ ਆ, 5-7 ਮਿੰਟ 'ਚ ਤੁਹਾਨੂੰ ਕੁੜੀ ਆਪਾਂ ਹੈਂਡਓਵਰ ਕਰ ਰਹੇ, ਤੁਸੀਂ ਸਾਈਨ ਕਰ ਦਿਓ ਜੀ। ਤੇ ਜਿਹੜੇ ਨਾਲ ਹੋਰ ਜਿਹੜੇ ਸਾਡੇ ਬੰਦੇ ਮੌਜੂਦ ਸੀਗੇ, ਉਹਦੇ 'ਚ ਮਨਮੀਤ ਹੈ ਜੀ ਬੰਦਾ ਇੱਕ ਸਾਡੇ ਇੱਕ ਭਾਈ ਸਾਹਿਬ ਹੈਗੇ ਨੇ, ਉਹਨਾਂ ਦਾ ਭੁਪਿੰਦਰ ਸਿੰਘ ਮਹਿਤਾ ਆ। ਇਹ ਪੂਰੇ ਉੱਥੇ ਯੂਨਾਈਟਿਡ ਸਿੱਖ ਫੋਰਮ ਕਰਕੇ ਸ਼੍ਰੀਨਗਰ 'ਚ ਇੱਕ ਆਰਗੇਨਾਈਜੇਸ਼ਨ ਹੈ, ਯੂਨਾਈਟਿਡ ਸਿੱਖ ਫੋਰਮ ਜਿਹੜੀ ਆਰਗੇਨਾਈਜੇਸ਼ਨ ਹੈ, ਉਹ ਅੱਜ ਤੋਂ ਨਹੀਂ 20 ਸਾਲਾਂ ਤੋਂ ਉਸ 'ਚ ਯੰਗ ਜਿਹੜੇ ਜਵਾਨ ਉਮਰ ਦੇ ਮੁੰਡੇ ਆ, ਮਿਡਲ ਏਜ ਆ, ਬਜ਼ੁਰਗਾਂ ਦਾ ਵੀ ਜਿਹੜਾ ਉਹਨਾਂ ਨੂੰ ਜਿਹੜਾ ਕਹਿੰਦੇ ਆ ਮਾਰਗਦਰਸ਼ਨ ਮਿਲਦਾ ਆ ਜੀ। ਤੇ ਇਹ ਜਿਹੜੇ ਆ ਉੱਥੇ ਮੋਰਚਾ ਢਾ ਕੇ ਬੈਠੇ ਹੋਏ ਸੀ। ਇਹਨਾਂ ਨੇ ਕਿਹਾ ਵੀ ਸਾਡੀ ਕੁੜੀ ਇੱਥੇ ਆ ਤੇ ਇਹਨੂੰ ਤੁਸੀਂ ਕੁੜੀ ਨੂੰ ਕੱਢੋ ਤੇ ਕੁੜੀ ਨੂੰ ਸਾਨੂੰ ਹੈਂਡਓਵਰ ਕਰੋ। ਮਸਲਾ ਐ ਹੋਇਆ ਜੀ ਕਿ ਸ਼ਾਮ ਦੇ ਵੱਜ ਗਏ 7 ਤੇ ਇਹਨਾਂ ਨੇ ਉੱਥੇ ਇਕੱਠ ਕਰ ਲਿਆ ਜ਼ਿਆਦਾ ਜੀ। 26 ਜੂਨ ਦੀ ਗੱਲ ਹੈ, ਇਕੱਠ ਜ਼ਿਆਦਾ ਕਰ ਲਿਆ ਤੇ ਉੱਥੇ ਰੌਲਾ ਪੈਣ ਲੱਗ ਗਿਆ। ਇਹਨਾਂ ਨੂੰ ਐਸਪੀ ਜਿਹੜੇ ਉੱਥੇ ਐਸਐਸਪੀ ਸ਼੍ਰੀਨਗਰ ਹੈ ਸੰਦੀਪ ਚੌਧਰੀ, ਉਹਨਾਂ ਦਾ ਬਹੁਤ ਇਹਦੇ 'ਚ ਪੋਜ਼ਿਟਿਵ ਯੋਗਦਾਨ ਰਿਹਾ। ਉਹਨਾਂ ਨੇ ਇੰਟਰਵੀਨ ਕਰਕੇ ਉਹਨਾਂ ਨੇ ਕਿਹਾ, ਡਿਸਕਸ ਕੀਤੀ ਸਾਰੀ ਗੱਲਬਾਤ, ਔਰ ਉਸ ਤੋਂ ਬਾਅਦ ਚੂੰਕਿ ਕੋਰਟ ਦੇ ਆਦੇਸ਼ ਹੋ ਗਏ ਸੀ ਕਿ ਵੀ ਕੁੜੀ ਮੁੰਡੇ ਨੂੰ ਹੈਂਡਓਵਰ ਕਰਤੀ ਜਾਵੇ, ਯਾਨੀ ਕਿ ਬੰਦੇ ਨੂੰ ਹੈਂਡਓਵਰ ਕਰਤੀ ਜਾਵੇ ਜਿਹੜਾ 50 ਸਾਲਾਂ ਦੇ ਏਡ ਬੰਦਾ ਆ ਉਹਨੂੰ ਜੀ। ਉਸ ਤੋਂ ਬਾਅਦ ਇਹ ਇੰਟਰਵੈਂਸ਼ਨ ਹੋਣ ਤੋਂ ਬਾਅਦ ਜਦੋਂ ਸਮਾਜ ਦੇ ਲੋਕਾਂ ਦਾ ਦਬਾਅ ਪਿਆ, ਫਿਰ ਉਹਨੇ ਕਿਹਾ ਨਹੀਂ ਜੀ ਅਸੀਂ ਤੁਹਾਨੂੰ ਕੁੜੀ ਹੈਂਡਓਵਰ ਕਰਦੇ ਨੇ। ਕੋਰਟ ਕੰਪਲੈਕਸ ਦੇ ਵਿੱਚ ਏਟੀਐਮ ਦੇ ਅੰਦਰ, J&K ਬੈਂਕ ਦਾ ਏਟੀਐਮ ਹੈ, ਕੋਰਟ ਕੰਪਲੈਕਸ 'ਚ J&K ਬੈਂਕ ਦੇ ਏਟੀਐਮ ਦੇ ਅੰਦਰ ਕੁੜੀ ਨੂੰ ਲੁਕੋ ਕੇ ਰੱਖਿਆ ਹੋਇਆ ਜੀ। ਅੱਛਾ, the complicity of the administration ਤੁਸੀਂ ਆ ਦੇਖ ਲਓ। ਉੱਥੇ ਲਿਜਾ ਕੇ ਤੇ ਉੱਥੋਂ ਫਿਰ ਇਹਨਾਂ ਨੇ ਜਿਹੜੇ ਯੂਨਾਈਟਿਡ ਸਿੱਖ ਫਰਮ ਹੈ, ਇਹਨਾਂ ਨੇ ਇਹ ਉੱਥੋਂ ਫਿਰ ਕੁੜੀ ਰਿਕਵਰ ਕੀਤੀ। ਕੁੜੀ ਰਿਕਵਰ ਕਰਕੇ ਘਰ ਲਿਆਏ ਵਾਪਸ। ਤੇ 27 ਨੂੰ ਜੀ ਮੈਂ ਵੀ ਉੱਥੇ ਪਹੁੰਚ ਗਿਆ, ਸਰਸਾ ਸਾਹਿਬ ਵੀ ਉੱਥੇ ਪਹੁੰਚ ਗਏ। ਸਰਸਾ ਸਾਹਿਬ ਆਪਣੇ ਧਰਨੇ ਲਾ ਰਹੇ ਸੀਗੇ, ਆਪਾਂ ਆਪਣਾ ਕੰਮ ਕਰ ਰਹੇ ਸੀਗੇ ਜੀ। ਸਰਸਾ ਸਾਹਿਬ ਜਲੂਸ ਕੱਢ ਰਹੇ ਸੀਗੇ, ਮੀਟਿੰਗਾਂ ਕਰ ਰਹੇ ਸੀਗੇ। ਉਹ ਸਰਕਾਰ ਨੂੰ ਇਲਜ਼ਾਮ ਦੇ ਰਹੇ ਸੀਗੇ ਕਿ ਜੀ ਹੁਣ ਤੁਸੀਂ ਉਹ ਕਾਨੂੰਨ ਜਿਹਦੀ ਮੈਂ ਪਹਿਲਾਂ ਖਿਲਾਫਤ ਕਰਦਾ ਸੀਗਾ, ਉਹ ਕਾਨੂੰਨ ਤੁਸੀਂ ਹੁਣ ਇੱਥੇ ਵੀ ਲਾਗੂ ਕਰੋ ਜੀ। ਸੋ ਇਹ ਚੱਲਦਾ ਰਿਹਾ ਜੀ। ਇਹਨਾਂ ਦਾ 28 ਤਰੀਕ ਸ਼ਾਮ ਨੂੰ ਇੱਕ ਮੁੰਡਾ ਜੀ, ਉਹਦਾ ਨਾਂ ਸੁਖਪ੍ਰੀਤ, ਤੇ ਸੁਖਪ੍ਰੀਤ ਨੂੰ ਤਿਆਰ ਕੀਤਾ ਵਿਆਹ ਲਈ, ਤੇ ਉਹ ਰੈਡੀ ਹੋ ਗਿਆ, ਉਹਦੇ ਪੇਰੈਂਟਸ ਰੈਡੀ ਹੋ ਗਏ, ਕੁੜੀ ਦੇ ਨਾਲ ਸਲਾਹ ਹੋਈ, ਕੁੜੀ ਤਿਆਰ ਹੋ ਗਈ, ਕੁੜੀ ਰੈਡੀ ਹੋ ਗਈ ਜੀ। ਹਾਂਜੀ ਮੈਂ ਬਿਲਕੁਲ ਠੀਕ ਹੈ ਕਿ ਵੀ ਆਹ ਜਿਹੜਾ ਮੇਰੇ ਨਾਲ ਧੱਕਾ ਹੋਇਆ ਵਾ, ਆ ਜਿਹੜਾ ਮੇਰੇ ਨਾਲ ਇਹਨਾਂ ਨੇ ਜਬਰਨ ਮੈਨੂੰ ਇਸਲਾਮ 'ਚ ਕਨਵਰਟ ਕਰਕੇ ਵਿਆਹ ਕਰਕੇ ਔਰ ਇੱਥੇ ਵਿਖਾਉਣ ਲਈ ਕੋਰਟ 'ਚ ਲਿਆਏ, ਮੈਨੂੰ ਉਹਨਾਂ ਨੇ ਲੁਕੋ ਕੇ ਰੱਖਿਆ ਕੁੜੀ ਨੂੰ ਇਹਨਾਂ ਨੇ 2-3 ਦਿਨ। ਉਹ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ, ਮੈਂ ਤੁਹਾਨੂੰ ਦੱਸਿਆ ਜਿਵੇਂ ਐਸਐਸਪੀ ਜਿਹੜੇ ਹੈਗੇ ਸੰਦੀਪ ਚੌਧਰੀ, ਉਹਨਾਂ ਦੀ ਮਦਦ ਨਾਲ ਕੁੜੀ ਵੀ ਰਿਕਵਰ ਹੋਈ। ਪਰ ਉਹ ਕੁੜੀ ਰਿਕਵਰ ਤੋਂ ਬਾਅਦ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਕੋਰਟ 'ਚ ਬਿਆਨ ਕਰਵਾ ਕੇ ਇਹਨੂੰ ਲੀਗਲ ਕਰ ਲਈਏ ਆਪਾਂ। ਸੋ ਇਹ ਉੱਥੋਂ ਚੱਲਦੇ ਮਸਲਾ ਆ ਗਿਆ ਜੀ। ਹੁਣ ਇਹ ਗੱਲ ਆ ਗਈ ਜੀ ਆਪਣੀ 28 ਤਰੀਕ ਦੀ ਰਾਤ ਦੀ ਜੀ। 28 ਤਰੀਕ ਰਾਤ ਨੂੰ ਮੇਰੇ ਰੂਮ 'ਚ, ਮੈਂ ਜਿਹੜੇ ਹੋਟਲ 'ਚ ਰੁਕਿਆ ਹੋਇਆ ਸੀਗਾ ਸ਼੍ਰੀਨਗਰ 'ਚ, ਰਾਜਬਾਗ 'ਚ ਮੈਂ ਰੁਕਿਆ ਸੀਗਾ। ਰਾਜਬਾਗ 'ਚ ਇਹ ਮੁੰਡਾ ਜਿਹੜਾ ਆ ਇਹ ਸਾਡੇ ਨਾਲ ਸੀਗਾ। ਇਹ ਯੂਨਾਈਟਿਡ ਸਿੱਖ ਫੋਰਮ ਦੇ ਜਿਹੜੇ ਜਿੰਨੇ ਉਹਦੇ ਮੈਂਬਰ ਆ, 12-13 ਮੈਂਬਰ ਆ, ਉਹਨਾਂ 'ਚ ਇੱਕ ਸਾਡੇ ਨਾਲ ਗਿਆਨੀ ਰਜਿੰਦਰ ਸਿੰਘ ਸੀਗੇ, ਚਿੱਟੀ ਸਿੰਘਪੁਰਾ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ, ਜਿੱਥੇ 20 ਮਾਰਚ 2000 ਨੂੰ ਸਾਡੇ 35 ਜਿਹੜੇ ਸਾਡੇ ਵੀਰ ਨੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ, ਉਹਨਾਂ ਨੂੰ ਮਾਰਿਆ ਗਿਆ ਸੀ ਆਤੰਕਵਾਦੀਆਂ ਦੁਆਰਾ। ਉੱਥੋਂ ਦੇ ਉਹ ਹੈਡ ਗ੍ਰੰਥੀ ਆ। ਉਹ ਆਪਾਂ ਸਾਰੇ ਬੈਠੇ, ਆਪਾਂ ਡਿਸਕਸ ਕੀਤਾ, ਔਰ ਅਗਲੇ ਦਿਨ ਮਤਲਬ ਸਵੇਰੇ ਇਹ ਤਾਂ ਚਲਾ ਗਿਆ ਸੀ ਮੁੰਡਾ ਮਨਮੀਤ ਹੋਣੀ, ਇਹ ਤਾਂ ਚਲੇ ਗਏ ਸੀ ਸਾਡੇ ਕੋਲੋਂ ਰਾਤ ਕਰੀਬਨ 1 ਵਜੇ, ਤੇ ਆਪਾਂ 4 ਵਜੇ ਸੁੱਤੇ ਫਾਈਨਲੀ। ਤੇ ਅਗਲੇ ਦਿਨ ਸਵੇਰੇ 8:15 ਵਜੇ ਗੁਰਦੁਆਰਾ ਸਾਹਿਬ ਦੋਨੇ ਪਰਿਵਾਰ ਪਹੁੰਚ ਕੇ, ਤੇ ਬਿਲਕੁਲ ਸਵੇਰੇ ਇਹਨਾਂ ਦਾ ਜਿਹੜਾ ਆ ਆਨੰਦ ਕਾਰਜ ਪੜਿਆ ਗਿਆ ਮੁੰਡਾ ਕੁੜੀ ਦਾ। ਐਂਡ ਉਸ ਤੋਂ ਬਾਅਦ ਜਿਹੜੀ ਰਾਹਤ ਦੀ ਸਾਹ ਸੀਗੀ, ਉਹਦੇ ਫਾਦਰ ਦੀਆਂ ਅੱਖਾਂ 'ਚ ਆਂਸੂ ਵੀ ਸੀਗੇ। ਤੇ ਆਪਾਂ ਉੱਥੇ ਬਹਿ ਕੇ ਅੱਗੇ ਫਿਊਚਰ ਦੇ ਕਿਸ ਤਰ੍ਹਾਂ ਬੱਚਿਆਂ ਨੂੰ ਸਪੋਰਟ ਕਰਨਾ ਹੈ, ਪੰਥ ਦੇ ਜਿਹੜੇ
ਸਾਡੇ ਸਮਾਜ ਦੇ ਲੋਕ ਕੋਈ 42,000 ਸਿੱਖ ਜਿਹੜੇ ਆ ਹੁਣ ਕੁੱਲ ਰਹਿ ਗਏ ਆ ਵੈਲੀ ਦੇ ਵਿੱਚ। ਉਹਨਾਂ ਦੇ ਹੱਕ ਹਕੂਕ, ਉਹਨਾਂ ਦੇ ਜਿਹੜੇ ਐਸਪੀਰੇਸ਼ਨਸ ਆ, ਉਹਨਾਂ ਦੀ ਡਿਜ਼ਾਇਰਸ ਆ, ਜਾਂ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਨੇ ਉਹ ਕੀ ਨੇ, ਇਹ ਸਾਰੀਆਂ ਚੀਜ਼ਾਂ ਅਸੀਂ ਡਿਸਕਸ ਕਰ ਰਹੇ ਸੀ ਓਵਰ ਦੀ ਕੋਰਸ ਆਫ ਲਾਸਟ 3 ਡੇਜ਼ ਜੀ। ਉਹਦੇ 'ਚ ਕੀ ਹੁੰਦਾ ਸਰ ਕਿ ਇੱਕ ਮੈਂ ਨਾਂ ਨਹੀਂ ਲਊਂਗਾ, ਸ਼੍ਰੀਨਗਰ ਦੇ ਵਿੱਚ ਹੀ ਇੱਕ ਲੋਕਲ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਹੈ, ਉਹਨਾਂ ਦਾ ਰਾਬਤਾ ਹੁੰਦਾ ਜੀ ਇਸ ਦੌਰਾਨ ਮਨਜਿੰਦਰ ਸਿੰਘ ਸਿਰਸਾ ਦੇ ਨਾਲ। ਹੁਣ 29 ਤਰੀਕ ਸਵੇਰੇ ਤੱਕ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਵੀ ਕੁੜੀ ਦਾ ਵਿਆਹ ਹੋ ਰਿਹਾ ਹੈ, ਹੋਣਾ ਕਿ ਵੀ ਕਿਸ ਤਰ੍ਹਾਂ ਆ। ਹੀ ਡਿਡ ਨਾਟ ਨੋ। ਇੰਨਾ ਜ਼ਰੂਰ ਸੀਗਾ ਕਿ ਰਾਤ ਨੂੰ ਸਰਨਾ ਸਾਹਿਬ ਆ ਗਏ ਸੀ। ਸਰਨਾ ਸਾਹਿਬ ਨੇ ਮਤਲਬ ਕੁੜੀ ਦੇ ਘਰ ਜਾ ਕੇ ਚਪਾਈ ਸਾਹਿਬ ਦਾ ਪਾਠ ਵੀ ਕੀਤਾ ਉਹਨਾਂ ਨੇ, ਜੇ ਉਹਦੀ ਵੀਡੀਓ ਵੀ ਆਈ ਆ, ਤੇ ਸਵੇਰੇ ਉਹ ਉੱਥੇ ਮੌਜੂਦ ਵੀ ਸੀਗੇ ਲਾਵਾਂ ਵੇਲੇ। ਪਰ ਉਹਨਾਂ ਨੇ 1 ਵਜੇ ਪ੍ਰੈਸ ਕਾਨਫਰੰਸ ਰੱਖੀ ਆਪਣੀ। ਇਹਦੇ 'ਚ ਸਿਆਸਤ ਇਸ ਤਰੀਕੇ ਦੀ ਹੋਈ ਕਿ ਵੀ ਦੋਨੋਂ ਧੜਿਆਂ ਵੱਲੋਂ ਇੱਕ ਪ੍ਰੈਸ਼ਰ ਜਿਹੜਾ ਵਾ ਉਹ ਕੁੜੀ ਦੇ ਪਰਿਵਾਰ ਤੇ ਪਾਏਗਾ ਕਿ ਜੀ ਅਸੀਂ ਤੁਹਾਡੀ ਟਿਕਟਾਂ ਕਰਾ ਕੇ ਤੁਹਾਨੂੰ ਦਿੱਲੀ ਲੈ ਜਾਂਦੇ ਹਾਂ। ਸਿਰਸਾ ਸਾਹਿਬ ਦੇ ਵੱਲੋਂ ਸੀਗਾ ਕਿ ਜੀ ਅਸੀਂ ਤੁਹਾਨੂੰ ਟਿਕਟਾਂ ਕਰਾ ਕੇ ਦਿੱਲੀ ਲੈ ਜਾਂਦੇ ਹਾਂ। ਤੇ ਸਿਰਸਾ ਸਾਹਿਬ ਦਾ ਅਪਰ ਹੈਂਡ ਇਹ ਸੀਗਾ ਕਿ ਜੀ ਉਹ ਦਿੱਲੀ 'ਚ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਪਾਇੰਟਡ ਪ੍ਰਧਾਨ ਹੈ, ਇਲੈਕਟਡ ਨਹੀਂ, ਅਪਾਇੰਟਡ ਪ੍ਰਧਾਨ ਹੈ। ਤੇ ਉਹਨਾਂ ਦੇ ਕੁਝ ਰਸੂਖ ਦੇ ਕਾਰਨ ਥੋੜਾ ਜਿਹਾ ਉਹ ਉਹਨਾਂ ਦੇ ਰਸੂਖ 'ਚ ਆ ਗਏ। ਤੇ ਇਹ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਕਿ ਵੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੈ, ਉਹ ਬੜੇ ਇੰਸਟਰੂਮੈਂਟਲ ਸੀਗੇ ਉਹਨਾਂ ਦੇ ਨਾਲ, ਉਹਨਾਂ ਨੂੰ ਲਿਜਾ ਕੇ ਤੇ ਏਅਰਪੋਰਟ ਤੱਕ ਲਿਜਾਣ ਦੇ ਲਈ। ਇਹਨਾਂ ਨੇ ਮੀਨਵਾਈਲ ਜਦੋਂ ਸਾਰਾ ਕੰਮ ਅਸੀਂ ਕਰਤਾ, ਯੂਨਾਈਟਿਡ ਸਿੱਖ ਫੋਰਮ ਦੇ ਜਿਹੜੇ ਸਾਡੇ ਉੱਥੇ ਵੀਰ ਨੇ ਸ਼੍ਰੀਨਗਰ 'ਚ, ਉਹਨਾਂ ਨੇ ਜਦੋਂ ਸਾਰੀ ਕਾਰਵਾਈ ਕਰਕੇ ਸਾਰਾ ਕੰਮ ਸਿਰੇ ਲਾਤਾ, ਉਸ ਤੋਂ ਬਾਅਦ ਇੱਕ ਹੈਰੀਟੇਜ ਹੈਗਾ ਜੀ ਹੋਟਲ ਉੱਥੇ ਏਅਰਪੋਰਟ ਰੋਡ ਤੇ ਜੀ, ਉੱਥੇ ਸਿਰਸਾ ਸਾਹਿਬ ਨੇ ਇੱਕ ਫੋਟੋ ਆਪ ਕੀਤਾ ਜੀ ਕੁੜੀ ਦੇ ਪਰਿਵਾਰ ਨੂੰ, ਜਿਹੜੀ ਮਤਲਬ ਮੈਨੂੰ ਤਾਂ ਗੱਡੀ ਵੀ ਪਤਾ ਡੋਲੀ ਕਿਹੜੀ ਗੱਡੀ 'ਚ ਸੀਗੀ, ਔਰ ਮੇਰੇ ਕੋਲ ਵੀਡੀਓ ਫੁਟੇਜ ਹੈ ਉਹਦੀ, ਜਦੋਂ ਅਸੀਂ ਉੱਥੋਂ ਵਿਦਾ ਕਰੀਏ ਕੁੜੀ। ਆਈ ਵਾਸ ਦੇਅਰ। ਮਤਲਬ ਜਿਵੇਂ ਆਪਾਂ ਇੱਕ ਟ੍ਰੈਡੀਸ਼ਨਲ ਤਰੀਕਾ ਹੁੰਦਾ ਧੱਕਾ ਲਾ ਕੇ ਥੋੜਾ ਜਿਹਾ ਆਪਾਂ ਉਹ ਜੀ ਜੀ ਬਿਲਕੁਲ ਹਾਂ। ਤੇ ਉੱਥੋਂ ਮਤਲਬ ਵਿਦਾ ਕਰਕੇ ਅਸੀਂ ਇਹਨਾਂ ਦੇ ਸਾਰਾ ਪ੍ਰੋਗਰਾਮ ਹਾਈਜੈਕ ਕਰਕੇ, ਉਹ ਪ੍ਰਧਾਨ ਜਿਹੜੇ ਗੁਰਦੁਆਰਾ ਸਾਹਿਬ ਦੇ ਨਾਲ ਰਲ ਕੇ ਇਹਨਾਂ ਨੇ ਉੱਥੇ ਜੀ ਪਹਿਲਾਂ ਤਾਂ ਸ਼੍ਰੀਨਗਰ 'ਚ ਇਹਨਾਂ ਨੇ ਉੱਥੇ ਫੋਟੋ ਆਪ ਕੀਤੀ, ਦਿੱਲੀ ਲੈਂਡ ਕਰਕੇ ਇਹਨਾਂ ਨੇ ਐਡਾ ਵੱਡਾ ਉਹਦਾ ਇਵੈਂਟ ਬਣਾਇਆ ਕਿ ਜੀ ਮੈਂ ਪਤਾ ਨਹੀਂ ਕੀ ਕਰਤਾ, ਔਰ ਪਤਾ ਨਹੀਂ ਸਮਹਾਉ ਐਜ਼ ਇਫ ਸਾਰਾ ਕੰਮ ਸਰਸਾ ਸਾਹਿਬ ਹੀ ਕਰ ਰਿਹਾ ਹੈ ਉੱਥੇ ਜਾ ਕੇ। ਤੇ ਉਹਨਾਂ ਨੇ ਦਰਬਾਰ ਉੱਥੇ ਬਗਲਾ ਸਾਹਿਬ ਮੱਥਾ ਟਿਕਾਇਆ ਕੁੜੀ ਨੂੰ, ਮੁੰਡੇ ਨੂੰ, ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਉਹ ਟੀਵੀ ਤੇ ਇਸ ਤਰੀਕੇ ਨਾਲ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਜਿਵੇਂ ਸਾਰਾ ਕੰਮ ਜਿਹੜਾ ਉੱਥੇ ਜਾ ਕੇ ਸਰਸਾ ਸਾਹਿਬ ਹੀ ਕਰਿਆ ਹੈ। ਤੇ ਜਿਹੜੇ ਲੋਕਲ ਉੱਥੇ ਦੀਆਂ ਮਤਲਬ ਸਿੱਖ ਜਥੇਬੰਦੀਆਂ ਨੇ, ਜਾਂ ਜਿਹੜੇ ਲੋਕਲ ਉੱਥੇ ਦੇ ਯੂਨਾਈਟਿਡ ਸਿੱਖ ਫੋਰਮ ਹੈ ਜਾਂ ਪੰਥ ਦਰਦੀ ਫਾਊਂਡੇਸ਼ਨ ਹੈ, ਇਹਨਾਂ ਦੇ ਬਾਰੇ ਕੋਈ ਉਹਨਾਂ ਨੇ ਵੇਰਵਾ ਨਹੀਂ ਦਿੱਤਾ। ਜਿਹੜੇ ਬੰਦੇ ਇਹਦੇ 'ਚ ਇਨਵੋਲਵ ਸੀ ਉਹਦਾ ਕਿਸੇ ਨੂੰ ਕ੍ਰੈਡਿਟ ਨਹੀਂ ਦਿੱਤਾ, ਸਾਰਾ ਕ੍ਰੈਡਿਟ ਆਪ ਚੋਰੀ ਕਰਕੇ ਔਰ ਆ ਗਏ ਆ। ਮਤਲਬ ਮੈਂ ਇਸ ਚੀਜ਼ ਤੋਂ ਮਤਲਬ ਮੈਨੂੰ ਥੋੜੀ ਤਕਲੀਫ ਆ। ਹੋਰ ਵੀ ਬਹੁਤ ਸਾਰੀਆਂ ਗੱਲਾਂ ਮੈਨੂੰ ਪਤਾ ਲੱਗੀਆਂ ਰਮਨ ਬਾਈ ਜੀ ਉੱਥੇ ਜਾ ਕੇ, ਜੋ ਬਹੁਤ ਡਿਸਟਰਬਿੰਗ ਹੈ ਐਕਚੁਅਲੀ। ਅੱਛਾ, ਜ਼ੋਰ ਸਰਨਾ ਸਾਹਿਬ ਵੀ ਲਾਉਂਦੇ ਰਹੇ, ਕਹਿਣ ਦਾ ਭਾਵ ਕਿ ਦੋਵੇਂ ਕ੍ਰੈਡਿਟ ਵਾਰ 'ਚ ਫਸ ਗਏ। ਟਿਕਟਾਂ ਦਾ ਤਾਂ ਭਾਜੀ ਦੇਖੋ ਐ ਹੈ ਕਿ ਵੀ ਜਿਹੜਾ ਮੈਂ ਤੁਹਾਨੂੰ ਫੈਕਚੁਅਲ ਦੱਸ ਰਿਹਾ, ਟਿਕਟਾਂ ਤਾਂ ਦੋਨਾਂ ਨੇ ਆਫਰ ਕੀਤੀਆਂ ਜੀ, ਅਸੀਂ ਲੈ ਜਾਂਦੇ ਆ ਟਿਕਟਾਂ ਅਸੀਂ ਤੁਹਾਡੀਆਂ ਕਰਾਤੀਆਂ ਹੋਈਆਂ। ਉੱਥੇ ਦੇ ਲੋਕਲ ਕੁਝ ਜਿਹੜੇ ਸਿੱਖ ਪੱਤਰਕਾਰ ਨੇ ਉਹਨਾਂ ਨੂੰ ਵੀ ਉਹਨਾਂ ਨੇ ਬੜਾ ਉਹ ਕਿਹਾ ਕਿ ਜੀ ਅਸੀਂ ਤੁਹਾਡੀਆਂ ਟਿਕਟਾਂ ਕਰਾਉਂਦੇ, ਤੁਸੀਂ ਦਿੱਲੀ ਆਓ। ਵਿਚਲੀ ਗੱਲ ਇਹ ਹੈ ਕਿ ਭਾਜੀ ਮੁੜ ਕੇ ਸਰਸਾ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਸੈਟਲ ਵੀ ਅਸੀਂ ਕਰਾਂਗੇ, ਇਹਨਾਂ ਨੂੰ ਨੌਕਰੀਆਂ ਵੀ ਅਸੀਂ ਦਵਾਵਾਂਗੇ, ਇਹਨਾਂ ਦਾ ਸਾਰਾ ਅੱਗੇ ਦਾ ਗਾਹਾਂ ਦਾ ਸਾਰੀ ਲਾਈਫ ਅਸੀਂ ਲੁੱਕ ਆਫਟਰ ਕਰਾਂਗੇ। ਕੁਝ ਇਸ ਤਰੀਕੇ ਦੀਆਂ ਗੱਲਾਂ ਹੋਈਆਂ ਨੇ। ਹੁਣ ਬਹੁਤਾ ਦਾ ਹੁਣ ਭਾਜੀ ਕੀ ਆਪਾਂ ਕਹੀਏ, ਇਸ ਮਸਲੇ ਦਾ ਹੀਰੋ ਫਿਰ ਕਿਹਨੂੰ ਮੰਨਿਆ ਜਾਵੇ? ਮਾਨ ਸਾਹਿਬ ਯੂਨਾਈਟਿਡ ਸਿੱਖ ਫੋਰਮ ਹੱਦ ਹੁੰਦੀ ਆ ਜੀ। ਮਸਲੇ ਦਾ ਹੀਰੋ ਜਿਹੜਾ ਯੂਨਾਈਟਿਡ ਸਿੱਖ ਫੋਰਮ ਨੂੰ ਮੰਨਿਆ ਜਾਵੇ ਕਿ ਅਸਲ ਜ਼ੋਰ ਉਹਨਾਂ ਦਾ ਲੱਗਿਆ? 100% ਇਹ ਲੋਕਲ ਸੰਸਥਾ ਉੱਥੋਂ ਦੀ ਕਸ਼ਮੀਰ, ਜਿਹੜੇ ਸ਼੍ਰੀਨਗਰ 'ਚ ਸਾਡੇ 42,000 ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਲੋਕ ਨੇ, ਉੱਥੇ ਦੇ ਜਿਹੜੇ ਯੂਥ ਨੇ, ਉੱਥੇ ਦੇ ਜਿਹੜੇ ਸਾਡੇ ਮਿਡਲ ਏਜ ਔਰ ਬਜ਼ੁਰਗ ਪਰਿਵਾਰ ਦੇ ਲੋਕ ਨੇ, ਉਹ ਜਿਹੜੇ ਮੌਕੇ ਦੇ 26 ਤਰੀਕ ਨੂੰ ਇਸ ਕੁੜੀ ਨੂੰ ਬਿੰਬਨਾ ਕੋਟ ਦੇ ਵਿੱਚੋਂ ਦੀ ਕੱਢ ਕੇ ਲਿਆਏ, ਜਿਨ੍ਹਾਂ ਨੇ ਸਿੱਧੇ ਤੌਰ ਤੇ ਪੁਲਿਸ ਨਾਲ, ਕੋਰਟ ਨਾਲ, ਕਾਨੂੰਨ ਨਾਲ ਸਿੱਧਾ ਟਾਕਰਾ ਲਿੱਤਾ। ਪਰ ਮਾਨ ਸਾਹਿਬ ਉਹਨਾਂ ਦਾ ਕਹਿੰਦੇ ਬਾਅਦ ਕਿ ਜੀ ਅਸੀਂ ਹਾਈ ਕੋਰਟ ਦੇ ਜੱਜ ਨੂੰ ਮਿਲਾਂਗੇ, ਅਸੀਂ ਚੀਫ ਜਸਟਿਸ ਨੂੰ, ਲੈਫਟੀਨੈਂਟ ਗਵਰਨਰ ਨੂੰ ਮਿਲਾਂਗੇ, ਤੁਸੀਂ ਮਿਲੀ ਜਾਓ। ਉਹ ਤਾਂ ਕੱਢ ਲਿਆਈ ਕੁੜੀ। ਉਹਨਾਂ ਦਾ ਕੁੜੀ ਤਾਂ ਪਿਛਲੀ ਰਾਤ ਕੱਢ ਲਈ ਸੀ ਉਹਨਾਂ ਨੇ। ਉਹਨਾਂ ਦਾ ਇਤਰਾਜ਼ ਕਿਉਂ ਨਹੀਂ ਸਾਹਮਣੇ ਆ ਰਿਹਾ? ਕੁੜੀ ਦੇ ਪਰਿਵਾਰ ਦਾ ਜਾਂ ਫਿਰ ਯੂਨਾਈਟਿਡ ਸਿੱਖ ਫੋਰਮ ਦਾ ਇਤਰਾਜ਼ ਕਿਉਂ ਨਹੀਂ ਸਾਹਮਣੇ ਆ ਰਿਹਾ ਕਿ ਤੁਹਾਨੂੰ ਬੋਲਣਾ ਪਿਆ? ਇਸ ਤਰ੍ਹਾਂ ਹੈ ਜੀ ਕਿ ਮੈਂ ਤੁਹਾਨੂੰ ਦੱਸ ਦਿੰਦਾ, ਇਹਨਾਂ ਨੇ ਰਹਿਣਾ ਉੱਧਰ ਹੀ ਹੈ ਭਾਜੀ। ਅੱਜ ਵੀ ਇੱਕ ਆਪਾਂ ਉਹਨਾਂ ਨਾਲ ਵੀਡੀਓ ਕੀਤੀ, ਉਸ ਵੀਡੀਓ 'ਚ ਉਹਨਾਂ ਨੇ ਆਪਣੇ ਚਿਹਰੇ ਵਿਖਾਉਣ ਨੂੰ ਉਹਨਾਂ ਨੇ ਮਨਾ ਕਰਤਾ ਕਿ ਸਾਡਾ ਫੇਸ ਤੁਸੀਂ ਬਲਰ ਕਰ ਦਿਓ। ਉਹ ਕਹਿੰਦੇ ਸੀ ਰਹਿਣਾ ਇਹਨਾਂ ਦੇ ਵਿੱਚ, ਸਾਨੂੰ ਗਵਰਨਮੈਂਟ ਦੀ ਕੋਈ ਸਪੋਰਟ ਨਹੀਂ ਹੈ, ਸਾਨੂੰ ਐਡਮਿਨਿਸਟ੍ਰੇਸ਼ਨ ਦੀ ਕੋਈ ਸਪੋਰਟ ਨਹੀਂ ਹੈ। ਮੈਂ ਤੁਹਾਨੂੰ ਇੱਕ ਕਿੱਸਾ ਦੱਸਦਾ। ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਇੱਥੇ ਸਟੇਟਹੁੱਡ ਸੀਗਾ
ਔਰ ਮੁੱਖ ਮੰਤਰੀ ਉੱਥੇ ਮੌਜੂਦ ਹੁੰਦੇ ਸੀਗੇ ਉਸ ਵੇਲੇ। ਇੱਕ ਸਿੱਖ ਨੌਜਵਾਨ ਮੁੰਡੇ ਨੂੰ, ਕੁੜੀ ਦੀ ਮੈਂ ਗੱਲ ਨਹੀਂ ਕਰ ਰਿਹਾ ਹੁਣ, ਮੈਂ ਨੌਜਵਾਨ ਮੁੰਡੇ ਦੀ ਗੱਲ ਕਰ ਰਿਹਾ। ਉਸ ਨੌਜਵਾਨ ਮੁੰਡੇ ਨੂੰ ਇਹਨਾਂ ਨੇ ਕਨਵਰਟ ਕੀਤਾ ਔਰ ਉਸ ਵੇਲੇ ਦੇ ਜਿਹੜੇ ਸ੍ਰੀਨਗਰ ਦਾ ਡੀਸੀ ਆ ਜੀ ਐਟ ਦੈਟ ਟਾਈਮ, ਉਹਦੇ ਘਰ 'ਚ ਬਿਠਾ ਕੇ ਉਹਦਾ ਆਧਾਰ ਕਾਰਡ ਤੇ ਨਵਾਂ ਜਿਹੜਾ ਮੋਮਿਨ ਨਾਮ ਹੈ ਉਹ ਚੜਾ ਕੇ, J&K ਬੈਂਕ ਦੀ ਨਵੀਂ ਪਾਸਬੁੱਕ ਬਣਾ ਕੇ, ਉਹਦੇ ਫੋਟੋ ਆਈਡੀ ਨਵੀਂ ਜਿਹੜੀ ਸ਼ਨਾਖਤ ਆ ਉਹਦੇ ਬਣਾ ਕੇ ਵਿਦਿਨ ਅ ਫਿਊ ਮਿੰਟਸ ਉਹਦੇ ਘਰ 'ਚ ਬਿਠਾ ਕੇ ਉਹਨਾਂ ਨੇ ਕੀਤਾ ਆ। ਦੈਟ ਇਜ਼ ਦ ਲੈਵਲ ਆਫ ਇਨਵੋਲਵਮੈਂਟ ਆਫ ਦੀ ਐਡਮਿਨਿਸਟ੍ਰੇਸ਼ਨ। ਅੱਛਾ, ਆ ਹੁਣ ਵੀ ਇਸ ਕੇਸ 'ਚ ਵੀ ਆ ਜਿਹੜੀ ਤਹਿਰੀਰ ਸਾਈਨ ਕਰਾਈ ਸੀ ਉਰਦੂ 'ਚ, ਇਹਨਾਂ ਦਾ ਫਰਜ਼ ਬਣਦਾ ਪੜ੍ਹ ਕੇ ਦੱਸਣ ਕਿ ਚ ਕੀ ਲਿਖਿਆ ਆ। ਨਹੀਂ ਹੁੰਦਾ ਭਾਜੀ, ਸਪੋਰਟ ਨਹੀਂ। ਤਾਂ ਫਿਰ ਜਿਸ ਤਰ੍ਹਾਂ ਤੁਸੀਂ ਅੱਖੀਂ ਦੇਖਿਆ, ਜਿਹੜਾ ਜਿਸ ਤਰ੍ਹਾਂ ਤੁਸੀਂ ਅੱਖੀਂ ਦੇਖਿਆ ਹਾਲਾਤ ਬਿਆਨ ਕਰ ਰਹੇ ਹੋ ਮਾਨ ਸਾਹਿਬ, ਇਸ ਹਿਸਾਬ ਨਾਲ ਤਾਂ ਜਿਹੜਾ 42,000 ਸਿੱਖ ਹੈ, ਹਾਲਾਤ ਬਹੁਤੇ ਚੰਗੇ ਨਹੀਂ ਹੈਗੇ ਫਿਰ ਉੱਥੇ। ਸਰ ਮੈਂ ਤਾਂ ਸੱਚ ਕਹਿ ਰਿਹਾ ਤੁਹਾਨੂੰ, ਜਿਹੜਾ ਸਾਡਾ 42,000 ਸਿੱਖ ਅੱਜ ਕਸ਼ਮੀਰ ਵੈਲੀ ਦੇ ਵਿੱਚ ਆ, ਉਹ ਦੇ ਆਰ ਦੀ ਲਾਸਟ ਸਟੈਂਡਿੰਗ ਰੌਕ ਬਿਟਵੀਨ ਕਸ਼ਮੀਰ ਬਿਕਮਿੰਗ ਦਾਰੁਲ ਇਸਲਾਮ। ਉਹ ਪਿਓਰ ਪੰਡਤ ਤਾਂ ਪਹਿਲਾਂ ਕੱਢਤੇ ਜੀ। ਅੱਜ ਤੋਂ ਕੁਝ ਸਾਲ ਪਹਿਲਾਂ ਅਫਗਾਨਿਸਤਾਨ 'ਚ 2 ਲੱਖ ਸਿੱਖ ਸੀਗੇ, ਹੁਣ ਤਾਂ 1000 ਵੀ ਨਹੀਂ ਰਹਿ ਗਏ। ਗੁਰਦੁਆਰਾ ਸਾਹਿਬ 'ਚ ਬਲਾਸਟ ਹੁੰਦਾ, ਦੁਕਾਨਾਂ ਤੇ ਜਾ ਕੇ ਮਾਰ ਦਿੰਦੇ, ਘਰਾਂ ਜਾ ਕੇ ਮਾਰ ਦਿੰਦੇ ਆ। ਔਰ ਸਾਡੀਆਂ ਸੰਸਥਾਵਾਂ ਦੇ ਜਿਹੜੀਆਂ ਸਿੱਖ ਸੰਸਥਾਵਾਂ ਨੇ, ਔਰ ਇੱਕ ਜਿਹੜੀ ਸਭ ਤੋਂ ਵੱਡੀ ਤਕਲੀਫ ਹੈ ਭਾਜੀ, ਉਹ ਇਹ ਆ ਸਿੱਖ ਕਮਿਊਨਿਟੀ ਦੀ ਵੈਲੀ ਦੇ ਵਿੱਚ ਕਿ ਉਹਨਾਂ ਦੀ ਨੁਮਾਇੰਦਗੀ ਨਹੀਂ ਹੈ। ਉਹਨਾਂ ਨੂੰ ਨਾ ਸਰਕਾਰੀ ਨੌਕਰੀਆਂ 'ਚ ਕੋਈ ਰਿਜ਼ਰਵੇਸ਼ਨ ਆ, ਪ੍ਰਾਈਵੇਟ ਸੈਕਟਰ ਉੱਥੇ ਨੌਕਰੀਆਂ ਹੈ ਨਹੀਂ, ਇੰਡਸਟਰੀ ਉੱਥੇ ਹੈ ਨਹੀਂ। ਤੇ ਜਿਹੜੀ ਹੁਣ ਡੀਲਿਮਿਟੇਸ਼ਨ ਹੈ ਉਹਦੇ 'ਚ ਉਹ ਚਾਹੁੰਦੇ ਆ ਕਿ ਵੀ ਕੁਝ ਉੱਥੇ ਸਿੱਖਾਂ ਦੀ ਸੀਟਾਂ ਰਿਜ਼ਰਵ ਹੋਣ ਤਾਂ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਨੁਮਾਇੰਦਗੀ ਹੋਵੇ। ਇੱਕ ਅੱਧੀ ਪਾਰਲੀਮੈਂਟ ਸੀਟ J&K 'ਚ ਰਿਜ਼ਰਵ ਹੋਵੇ ਸਿੱਖਾਂ ਲਈ, ਜਿਵੇਂ ਇਹ ਪ੍ਰਪੋਜ਼ਡ ਹੈ ਕਿ ਜੀ ਬੱਕਰਵਾਲਾ ਲਈ, ਗੁਜਰਾਂ ਲਈ ਸੀਟਾਂ ਰਿਜ਼ਰਵ ਹੋਣਗੀਆਂ, SC ਲਈ, ST ਲਈ ਸੀਟਾਂ ਰਿਜ਼ਰਵ ਹੋਣਗੀਆਂ, ਮਾਈਕਰੋ ਮਿਨੋਰਿਟੀਜ਼ ਆ ਜੀ। ਤਾਂ ਸਿੱਖਾਂ ਦੀਆਂ ਸਰਮੌਰ ਸੰਸਥਾਵਾਂ ਤੇ ਸਰਕਾਰ ਤੋਂ ਤੁਸੀਂ ਕੀ ਆਸ ਕਰਦੇ ਹੋ? ਇੱਕ ਮਿੰਟ ਰਮਨ ਜੀ ਇੱਕ ਮਿੰਟ, ਜਿਹੜਾ ਕਸ਼ਮੀਰ ਦਾ ਜਿਹੜਾ ਲਿੰਕ ਅੱਜ ਵੀ ਮੇਨਲੈਂਡ ਇੰਡੀਆ ਨਾਲ ਜੁੜਿਆ ਹੋਇਆ, ਮੈਂ ਜੰਮੂ ਦੀ ਗੱਲ ਨਹੀਂ ਕਰ ਰਿਹਾ, ਮੈਂ ਕਸ਼ਮੀਰ ਦੀ ਗੱਲ ਕਰ ਰਿਹਾ, ਜਿਹੜਾ ਕਸ਼ਮੀਰ ਡਿਵੀਜ਼ਨ ਆ, ਉਹ ਸਭ ਤੋਂ ਜਿਹੜੀ ਮਜ਼ਬੂਤ ਕੜੀ ਆ ਉਹ ਆ ਸਾਡੀ ਪੱਗ ਆ, ਉਹ ਸਾਡੀ ਸਿੱਖ ਕਮਿਊਨਿਟੀ ਆ ਜੀ। ਤੁਸੀਂ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ, ਸਰਮੌਰ ਸੰਸਥਾਵਾਂ, ਦੋਵੇਂ ਪ੍ਰਬੰਧਕੀ ਕਮੇਟੀਆਂ ਹੋ ਗਈਆਂ, ਜਥੇਦਾਰ ਸਾਹਿਬਾਨ ਹੋ ਗਏ, ਤੁਸੀਂ ਕੋਈ ਰਾਬਤਾ ਕੀਤਾ ਜਾਂ ਤੁਸੀਂ ਕੀ ਉਮੀਦ ਕਰਦੇ ਹੋ ਕਿ ਇਸ ਟਾਈਮ ਇਹਨਾਂ ਸੰਸਥਾਵਾਂ ਦੇ ਆਗੂਆਂ ਨੂੰ ਕਰਨਾ ਕੀ ਚਾਹੀਦਾ, ਸਰਕਾਰ ਤੇ ਕਿਸ ਤਰ੍ਹਾਂ ਦੇ ਪ੍ਰੈਸ਼ਰ ਹੋਣੇ ਚਾਹੀਦੇ ਆ? ਰਮਨ ਜੀ ਮੈਂ ਕੁਝ ਕਹੂੰਗਾ, ਇਟ ਵਿਲ ਬਿਕਮ ਵੈਰੀ ਸੈਂਸੇਸ਼ਨਲ। SGPC ਨੂੰ ਸਭ ਤੋਂ ਪਹਿਲਾਂ ਅਕਾਲੀ ਦਲ ਤੋਂ ਡੀਲਿੰਕ ਕਰੋ, ਡੀਕਪਲ ਕਰੋ। SGPC ਹੈਜ਼ ਟੂ ਬੀ ਡੀਕਪਲਡ ਫਰੋਮ ਦੀ ਪੋਲੀਟੀਕਲ ਵਿੰਗ ਵਿਚ ਇਜ਼ ਦੀ ਅਕਾਲੀ ਦਲ। ਅਕਾਲੀ ਦਲ ਦੀ ਇੱਕ ਟਾਈਮ ਤੇ MLA ਚੋਣ ਲੜੀ ਹੋਈ ਬੀਬੀ ਜਗੀਰ ਕੌਰ ਅੱਜ SGPC ਦੇ ਪ੍ਰਧਾਨ ਨੇ। ਮੈਂ ਇਹ ਨਹੀਂ ਕਹਿੰਦਾ ਕਿ there is a embargo, there is a ban, ਬਟ ਕੁਝ ਚੀਜ਼ਾਂ ਪਿਓਰਲੀ ਰਿਲੀਜੀਅਸ ਛੱਡ ਦੇਣੀਆਂ ਚਾਹੀਦੀਆਂ ਨੇ। ਡੀਕਪਲਿੰਗ ਹੀ ਨਹੀਂ ਹੈ, ਪਿਓਰਲੀ ਪੋਲੀਟੀਕਲ ਹੋ ਗਈ ਆ। ਔਰ ਸਰਸਾ ਸਾਹਿਬ ਔਰ ਆਪਣਾ ਸੁਖਬੀਰ ਬਾਦਲ ਸਾਹਿਬ ਇਹ ਟਵੀਟ ਕਰਦੇ, ਇਹਨਾਂ ਦੀ ਇੰਨੀ ਹਿੰਮਤ ਨਹੀਂ ਹੁੰਦੀ। ਕभी ਇਹ ਕਹਿ ਦੇਣ ਉਸ ਸ਼ਾਹਿਦ ਨਜ਼ੀਰ ਬੱਟ ਸਾਡੀ ਕੁੜੀ ਨੂੰ ਕੱਢ ਕੇ ਲੈ ਗਿਆ, ਇੱਕ ਮੁਸਲਮਾਨ ਸਾਡੀ ਕੁੜੀਆਂ ਨੂੰ ਕੱਢ ਕੇ ਲੈ, ਔਰ ਇਹੋ ਜਿਹੇ 11 ਕੇਸ ਨੇ ਭਾਈ ਜੀ ਜਿਹੜੀ ਮੇਰੀ ਨੌਲੇਜ ਨੇ। ਹੋਰ ਤੁਹਾਨੂੰ ਮੈਂ ਦੱਸ ਦਿੰਦਾ ਆ, ਇਹਨਾਂ 11 ਤੋਂ ਇਲਾਵਾ 4 ਕੁੜੀਆਂ ਨੇ ਵੈਲੀ ਦੀਆਂ ਪਿਛਲੇ 3.5 ਸਾਲ ਤੋਂ ਮਿਸਿੰਗ ਨੇ, ਸਿੱਖ ਪਰਿਵਾਰਾਂ ਦੀਆਂ। ਉਹਨਾਂ ਦੇ ਪੇਰੈਂਟਸ ਨੂੰ ਮੈਂ ਮਿਲ ਕੇ ਆਇਆ, ਉਹ ਕਹਿੰਦੇ ਆ ਕਿ ਸਾਨੂੰ ਇਸ ਗੱਲ ਦਾ ਡਾਊਟ ਆ ਕਿ ਪਾਕਿਸਤਾਨ 'ਚ ਫਲੈਸ਼ ਟ੍ਰੇਡ 'ਚ, ਕਿਸੇ ਹੀਰਾ ਮੰਡੀ 'ਚ, ਕਿਸੇ ਇਹੋ ਜਿਹੀ ਜਗ੍ਹਾ 'ਚ ਸਾਡੀ ਬੇਟੀਆਂ ਨੂੰ ਉਹਨਾਂ ਨੇ ਭੇਜਤਾ। ਅੱਛਾ, ਇਹ ਤਕਲੀਫਾਂ ਨੇ। ਇੱਕ ਸਾਡੀ ਭੈਣ ਆ, ਉਹਦੀ ਤਕਲੀਫ ਸੁਣ ਕੇ ਰਮਨ ਭਾਈ ਜੀ ਇੰਨਾ ਦੁੱਖ ਹੁੰਦਾ। ਉਹ ਇੱਕ ਮੁਸਲਮਾਨ ਨਾਲ ਕਨਵਰਟ ਹੋ ਕੇ ਵਿਆਹ ਗਈ ਸੀਗੀ ਜੀ, 4 ਮਹੀਨੇ ਦੀ ਪ੍ਰੈਗਨੈਂਟ ਦੇ ਢਿੱਡ 'ਚ ਠੁੱਡੇ ਮਾਰ ਕੇ ਉਹਦਾ ਬੱਚਾ ਮਿਸਕੈਰੇਜ ਕੀਤਾ। ਸਾਡੀਆਂ ਭੈਣਾਂ ਉੱਥੇ ਉਹਨਾਂ ਦੇ ਨੌਕਰਾਨੀਆਂ ਵਾਂਗੂ ਇਸਤੇਮਾਲ ਕਰਦੇ ਆ। ਇਹ ਕਿਆ ਪਾਕਿਸਤਾਨ, ਕਿਆ ਇੰਡੀਆ, ਕਿਆ ਕਸ਼ਮੀਰ, ਕਿਆ ਉੱਤਰ ਪ੍ਰਦੇਸ਼ 'ਚ, ਉੱਤਰਾਖੰਡ ਦੀ ਸਾਡੀ ਭੈਣ ਸੀ, ਉਹ ਛੋਟੇ 2 ਜਵਾਨ ਮੁੰਡੇ, 9 ਸਾਲ ਦਾ, 12 ਸਾਲ ਦਾ, ਉਹਨਾਂ ਦਾ ਖਤਨਾ ਕਰਤਾ। ਇਹਨਾਂ ਨੂੰ ਕ੍ਰੈਡਿਟ ਚਾਹੀਦਾ ਕਿ ਲੋ ਜੀ ਮੈਂ ਗਿਆ ਜੀ ਸ੍ਰੀਨਗਰ, ਮੈਂ ਕੁੜੀ ਕੱਢ ਲਿਆਇਆ ਜੀ, ਮੇਰੇ ਕੋਲ ਪੈਸੇ, ਮੈਂ ਟਿਕਟਾਂ ਕਢਾ ਲੂ, ਮੈਂ ਲੋਕਾਂ ਨੂੰ ਕਹਿ ਦਾਂਗਾ ਜੀ ਮੈਂ ਤੁਹਾਨੂੰ ਨੌਕਰੀ ਦਵਾ ਦੂੰ। ਆਈ ਡੋਂਟ ਵਾਂਟ ਟੂ ਗੈਟ ਇਨਟੂ ਦੈਟ।
ਉਹ ਕਹਿਣਾ ਵੀ ਭਾਜੀ ਪਤਾ ਕਈ ਵਾਰੀ ਉਹ ਇੰਨੇ ਕਿ ਇਨਫਲੂਐਂਸਰ ਸਵੇਰੇ ਕਹਿੰਦੇ ਕਿ ਨਹੀਂ ਜੀ ਸਰਸਾ ਸਾਹਿਬ ਨੇ ਤਾਂ ਸਾਨੂੰ ਇਹੋ ਜਿਹਾ ਕੋਈ ਪ੍ਰਲੋਭਨ ਨਹੀਂ ਦਿੱਤਾ, ਅਸੀਂ ਤਾਂ ਆਪਣੀ ਮਰਜ਼ੀ ਨਾਲ ਆਏ ਹਾਂ। ਉਹ ਫੈਕਟਸ ਔਨ ਗਰਾਊਂਡ ਸਪੀਕ ਫॉर ਥੈਮਸੈਲਵਸ। ਕਹਿਣ ਦਾ ਭਾਵ ਫੋਟੋ ਕਲਚਰ ਤੋਂ ਬਾਹਰ ਆ ਕੇ ਤੇ ਮਸਲੇ ਦੀ ਗੰਭੀਰਤਾ ਨੂੰ ਸਮਝਣ ਦੀ ਲੋੜ ਹੈਗੀ ਹੈ, ਬਹੁਤ ਵੱਡਾ ਮਸਲਾ। ਹਾਂ ਬਿਲਕੁਲ, ਇਹਦੇ 'ਚ ਕੀ ਡਾਊਟ ਹੈ, ਗਲੋਬਲ ਫਿਨੋਮੀਨਨ ਹੈ ਜੀ। ਯੂਕੇ ਸਰ ਸਾਡੀਆਂ 12 ਸਾਲ 13 ਸਾਲ 14 ਸਾਲ 15 ਸਾਲ ਦੀਆਂ ਕੁੜੀਆਂ ਨੂੰ ਗਰੂਮਿੰਗ ਗੈਂਗ ਹੈ ਜੀ, ਆਪਣੇ ਆਪ ਨੂੰ ਸਿੱਖ ਨੌ ਦੱਸ ਕੇ ਪੰਜਾਬੀ ਦਾ ਬੋਲਦੇ ਹੀ ਹੈ ਜੀ, ਪਾਕਿਸਤਾਨੀ ਜਿਹੜੇ ਮੁਸਲਮਾਨ ਜੀ ਉਹ ਕਰਦੇ ਆ ਜੀ, ਐਕਸਪਲੋਇਟ ਕਰਦੇ ਆ, ਖਰਾਬ ਕਰਦੇ ਆ। ਜਦ ਤੱਕ ਕੁੜੀ ਨੂੰ ਰਿਅਲਾਈਜ਼ ਹੁੰਦਾ ਕਿ ਇਹ ਤਾਂ ਮੁਸਲਮਾਨ ਹੈ, ਉਦੋਂ ਤੱਕ ਇਟਸ ਟੂ ਲੇਟ। ਤੁਹਾਡੇ ਵੱਲੋਂ ਨਸਲ ਸਾਡੀ ਬਰਬਾਦ ਕਰਨ ਦੀ, ਵੀ ਅੱਗੇ ਇਹਨਾਂ ਦੀ ਨਸਲ ਨਾ ਵਧੇ, ਸਾਡੀ ਨਸਲ ਬਰਬਾਦ ਕਰਨ ਲੱਗੇ ਹੋਏ ਆ। ਜਿਹੜੀ ਉੱਥੇ ਸੰਸਥਾ ਬੋਲਦੇ ਕਿਉਂ ਨਹੀਂ? ਪੰਜਾਬ 'ਚ ਨਹੀਂ ਕਨਵਰਜਨ ਹੋ ਰਹੀ, ਮਿਸ਼ਨਰੀ ਕਨਵਰਟ ਕਰ ਰਹੀ ਆ। ਤੁਹਾਡੀ ਅਕਾਲੀ ਦਲ ਦੀ ਸਰਕਾਰ ਸੀ, ਤੁਸੀਂ ਕਿਉਂ ਨਹੀਂ ਬੋਲੇ? ਪੰਜਾਬ 'ਚ ਵੀ ਹੋ ਰਹੀ, ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ। ਹਾਲੇਲੂਇਆ ਕਰਦੇ ਆ ਯਾਰ। ਦਿਸ ਇਜ਼ ਦ ਲੈਵਲ ਆਫ ਪੋਲਿਟਿਕਸ ਦੈਟ ਵੀ ਹੈਵ ਕਮ ਡਾਊਨ ਟੂ। ਬਿਲਕੁਲ, ਪੰਜਾਬ ਦੇ ਵਿੱਚ ਵੀ ਧੜਾਧੜ ਕਨਵਰਜਨ ਹੋ ਰਹੀ ਹੈ, ਕੋਈ ਸ਼ੱਕ ਨਹੀਂ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਐਸਜੀਪੀਸੀ ਦੇ ਆਰ ਨਾਟ ਟੇਕਿੰਗ ਅ ਨੋਟਿਸ ਅਬਾਊਟ ਇਟ। ਮੇਰੀ ਕਿਸੇ ਬਹੁਤ, ਮੈਂ ਨਾਂ ਨਹੀਂ ਲਵਾਂਗਾ, ਮੈਂ ਬਹੁਤ ਤਕਲੀਫ ਸੀਗਾ, ਮੈਂ ਗੱਲ ਕੀਤੀ ਕਿਸੇ ਜਥੇਦਾਰ ਨਾਲ, ਬਹੁਤ ਸੀਨੀਅਰ ਨੇ, ਉਹ ਕਹਿੰਦੇ ਜੀ ਸਾਡੇ ਨਹੀਂ ਹੋਏ ਤਾਂ ਉਹਨਾਂ ਦੇ ਕੀ ਹੋਣਗੇ। ਮੈਂ ਕਿਹਾ ਵੈਰੀ ਗੁੱਡ, ਮੈਂ ਕਿਹਾ ਤੁਸੀਂ ਛੱਡ ਦਿਓ ਬਿਲਕੁਲ ਲਈ। ਮੈਂ ਕਿਹਾ ਜਦੋਂ ਐਸਜੀਪੀਸੀ ਤੁਸੀਂ ਕਾਇਮ ਕੀਤੀ ਬਣਾਈ, ਉਹਦੇ 'ਚ ਧਰਮ ਪ੍ਰਚਾਰ ਦਾ ਡਿਵੀਜ਼ਨ ਸੀਗਾ, ਧਰਮ ਪ੍ਰਚਾਰ ਦੀ ਗੱਲ ਸੀਗੀ, ਤੁਸੀਂ ਧਰਮ ਪ੍ਰਚਾਰ ਬਣਾ ਲਿਆ ਨੋਟ ਕਮਾਉਣ ਦਾ ਰਸਤਾ, ਕਿ ਆਪਾਂ ਬਾਹਰਲੇ ਮੁਲਕਾਂ ਜਾਵਾਂਗੇ, ਉੱਥੇ ਕੀਰਤਨ ਦਰਬਾਰ ਕਰਾਂਗੇ, ਲੋਕਾਂ ਤੋਂ ਪੈਸੇ ਇਕੱਠੇ ਕਰਾਂਗੇ। ਬਾਈ ਜੀ ਇਟ ਇਜ਼ ਵੈਰੀ ਪੇਨਫੁਲ। ਮੈਂ ਆਈ ਹੈਵ ਗੋਟ ਅ ਲਿਟਲ ਇਮੋਸ਼ਨਲ, ਆਈ ਐਮ ਸੌਰੀ, ਬਟ ਦਿਸ ਇਜ਼ ਇਹ ਜੀ ਚੀਜ਼ ਆ ਜਿਹਨੂੰ ਫੌਰੀ ਤੌਰ ਤੇ ਐਡਰੈਸ ਕਰਨਾ ਪੈਣਾ। ਔਰ ਕੌਮ ਦੇ ਵਿੱਚ, ਪੰਥ ਦੇ ਵਿੱਚ ਜਿਹੜੇ ਦਰਦੀ ਨੇ, ਜਿਨ੍ਹਾਂ ਨੂੰ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਲੈ ਕੇ ਦਰਦ ਆ, ਉਹਨਾਂ ਨੂੰ ਅੱਗੇ ਆਉਣਾ ਪਏਗਾ। ਜਿਹੜਾ ਸਿਆਸਤਦਾਨਾਂ ਦੇ ਉੱਪਰ ਬਿਲਕੁਲ ਯਕੀਨ ਨਹੀਂ ਕਰ ਸਕਦੇ। ਤੁਸੀਂ ਕਿਸੇ ਸੀਨੀਅਰ ਆਗੂ ਦੇ ਨਾਲ ਗੱਲਬਾਤ ਕਰਨ ਦਾ ਹਵਾਲਾ ਦੇ ਰਹੇ ਹੋ, ਕਹਿੰਦੇ ਆ ਕਿ ਸਾਡੇ ਧਰਮ 'ਚ ਵੀ ਕਨਵਰਟ ਹੋ ਰਿਹਾ। ਸਵਾਲ ਇਹ ਹੈ ਕਿ ਸ਼ੌਂਕੀਆ ਤੌਰ ਤੇ ਕਨਵਰਟ ਹੋਣਾ ਤੇ ਮਜਬੂਰੀ 'ਚ ਤੇ ਥ੍ਰੈਟ ਦੇ ਨਾਲ ਕਨਵਰਟ ਹੋਣਾ, ਉਹਦੇ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਦੋ ਇੰਸਟੈਂਸ ਦਿੰਦਾ। ਯੂਪੀ ਦੇ ਵਿੱਚ ਇੱਕ ਉਮਰ ਗੌਤਮ ਕਰਕੇ, ਜਹਾਂਗੀਰ ਕਰਕੇ ਔਰ ਇਰਫਾਨ ਸ਼ੇਖ ਕਰਕੇ ਲੋਕ ਨੇ, ਜਿਹੜੇ ਹੈਗੇ ਜੀ ਇਸਲਾਮਿਕ ਦਾਵਾ ਸੈਂਟਰ ਦੇ ਮੋਡਸ ਆਪਰੈਂਡੀ। ਜਿਹੜੇ ਗਰੀਬ ਪਰਿਵਾਰ ਨੇ, ਜਿਹੜੇ ਮੈਂਟਲੀ ਚੈਲੰਜ ਬੱਚਿਆਂ ਦੇ ਪਰਿਵਾਰ ਨੇ, ਉਹ ਜਦੋਂ ਸਰਕਾਰ ਨੂੰ ਦਰਖਾਸਤ ਦਿੰਦੇ ਆ ਕਿ ਜੀ ਅਸੀਂ ਸਰਵਾਈਵ ਨਹੀਂ ਕਰ ਸਕਦੇ, ਅਸੀਂ ਟੇਕ ਕੇਅਰ ਨਹੀਂ ਕਰ ਸਕਦੇ, ਸਾਨੂੰ ਕੁਝ ਵਜ਼ੀਫਾ ਜਾਂ ਕੋਈ ਸਾਨੂੰ ਪੈਨਸ਼ਨ ਜਾਂ ਕੋਈ ਸਾਨੂੰ ਫਾਈਨੈਂਸ਼ੀਅਲ ਸਪੋਰਟ ਦਿੱਤੀ ਜਾਵੇ, ਉੱਥੋਂ ਲਿਸਟ ਕਢਾਉਂਦੇ ਆ। ਉਹਨਾਂ ਪਰਿਵਾਰਾਂ ਨੂੰ ਟਾਰਗੇਟ ਕਰਦੇ ਕਿ ਅਸੀਂ ਦਿੰਨੇ ਪੈਸੇ, ਤੁਹਾਨੂੰ ਕਨਵਰਟ ਕਰ ਦਿਓ। ਪੰਜਾਬ ਦੇ ਵਿੱਚ ਵੀਜ਼ੇ ਦਾ ਲਾਲਚ, ਮਾਈਗ੍ਰੇਸ਼ਨ ਦਾ ਲਾਲਚ, ਜਿਹੜੇ ਗਰੀਬ ਪਰਿਵਾਰ ਨੇ ਸਿੱਖਾਂ ਚੋਂ, ਉਹਨਾਂ ਗਰੀਬ ਪਰਿਵਾਰਾਂ ਨੂੰ ਫਾਈਨੈਂਸ਼ੀਅਲ ਸਪੋਰਟ ਦਾ ਲਾਲਚ ਜੀ, ਉਹ ਬਣਾ ਲੈਂਦੇ ਕਿ ਟੋਬਾ ਜਾ ਉਸ 'ਚ ਲਵਾ ਕੇ ਡੁੱਬ ਗਈ ਤਾਂ ਬਣ ਗਏ ਤੁਸੀਂ ਈਸਾਈ। ਤੇ ਜਿਹੜੀਆਂ ਸ਼ਹਾਦਤਾਂ ਭਰੀਆਂ ਗੁਰੂਆਂ ਨੇ, ਤੁਸੀਂ ਪੰਥ ਦੇ ਠੇਕੇਦਾਰ ਹੋ, ਯੂ ਕੰਟਰੋਲ ਐਵਰੀਥਿੰਗ। ਐਡਾ ਤੁਹਾਡਾ ਬਜਟ ਹੈ, ਤੁਸੀਂ ਕਿਉਂ ਗਰੀਬ ਪਰਿਵਾਰਾਂ ਨੂੰ ਸਪੋਰਟ ਨਹੀਂ ਦੇ ਸਕਦੇ? ਨੌਕਰੀ ਦੇ ਦਿਓ ਉਹਨਾਂ ਨੂੰ। ਯੂ ਹੈਵ ਬੀਨ ਐਟ ਦੀ ਹੈਲਮ ਆਫ ਅਫੇਅਰਸ ਫॉर ਸੋ ਮੈਨੀ ਈਅਰਸ। ਤੁਸੀਂ ਇੰਨੇ ਸਾਲਾਂ ਰਾਜ ਕੀਤਾ ਪੰਜਾਬ ਦੇ ਉੱਪਰੋਂ, ਤੁਸੀਂ ਮਾਇਨਾ ਕਰਦੇ ਹੋ, ਤੁਸੀਂ ਚੋਰੀ ਕਰਦੇ ਹੋ, ਰੇਤਾ ਬਦਲੀ ਕਿਸੇ ਤੋਂ ਲਾ ਲੈ ਯਾਰ, ਤੂੰ ਟਰੈਕਟਰ ਟਰਾਲੀ ਲਾ ਲੈ ਮੇਰਾ ਵੀਰ, ਚੱਲ ਕੋਈ ਨਹੀਂ, ਮਹੀਨੇ 2 ਟਰਾਲੀਆਂ ਤੇਰੀਆਂ, ਤੂੰ ਆਪਣਾ ਖਰਚਾ ਕੱਢੀ ਜਾ ਭਾਈ। some healing touch। ਮੈਂ ਇਹ ਨਹੀਂ ਕਹਿੰਦਾ ਇਲੀਗੈਲਿਟੀ ਕਰੋ, ਮੈਂ ਕਹਿੰਦਾ ਸਮਥਿੰਗ ਲੀਗਲੀ ਫੀਜ਼ੀਬਲ ਐਂਡ ਪੋਸੀਬਲ, ਜਿਹਦੇ 'ਚ ਉਹ ਲੋਕ ਐਟਲੀਸਟ ਇਸ ਗੱਲ ਤੋਂ ਡਿਸਕਰੇਜ ਹੋਣ ਕਿ ਜੀ ਅਸੀਂ ਪੰਥ ਤੋਂ ਬੇਪੰਥ ਨਹੀਂ ਹੋਣਾ ਜੀ, ਅਸੀਂ ਗੁਰੂ ਤੇ ਸਿੱਖ ਰਹਿਣਾ ਆ। ਕਿਉਂ? ਮੈਨੂੰ ਬਾਈ ਜੀ ਆਈ ਕੰਪਲੀਟਲੀ ਫੇਲ ਟੂ ਅੰਡਰਸਟੈਂਡ। ਨਾ ਜਿਹੜੀ ਸਿਰਮੌਰ ਸਾਡੀ ਸੰਸਥਾ ਆ ਐਸਜੀਪੀਸੀ, ਨਾ ਸਾਡੇ ਜਿਹੜੇ ਲੀਡਰ ਨੇ ਉਹ ਸਿਆਸਤਦਾਨ ਤਾਂ ਬਾਈ ਜੀ ਪਾਕਿਸਤਾਨ ਜਾਣਗੇ ਤਾਂ ਸਿੱਧੂ ਸਾਹਿਬ ਜੱਫੀ ਪਾ ਲੈਣਗੇ ਉਹਨੂੰ, ਬਾਜਵੇ ਨੂੰ, ਉਹ ਪੜਨਗੇ ਸ਼ੇਰ ਜੀ ਐਡੇ ਐਡੇ ਲੰਬੇ ਇਮਰਾਨ ਖਾਨ ਦੀ ਤਾਰੀਫ 'ਚ। ਤੇ ਜਦੋਂ ਉੱਥੇ ਸਿੱਖਾਂ ਦੀ ਕੁੜੀਆਂ ਨਾਲ ਧੱਕਾ ਹੁੰਦਾ, ਜਗਜੀਤ ਕੌਰ ਸਾਡੀ ਕੁੜੀ ਸੀਗੀ ਨਨਕਾਣਾ ਸਾਹਿਬ ਦੀ, ਉਦੋਂ ਕਿੱਥੇ ਸੀਗੇ ਸਿੱਧੂ ਸਾਹਿਬ? ਜਦੋਂ ਦੋਹੇ ਬਾਹਾਂ ਚੱਕ ਕੇ ਹਾਲੇਲੂਇਆ ਤੁਸੀਂ ਕਰਦੇ ਹੋ, ਫਿਰ ਤੁਸੀਂ ਕਿਵੇਂ ਰੋਕੋਗੇ ਇਹਨਾਂ ਕੰਮਾਂ ਨੂੰ? ਜੀ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਇਸ ਜਾਣਕਾਰੀ ਦੇਣ ਦੇ ਲਈ। ਔਰ ਮੈਂ ਉਮੀਦ ਕਰਦਾ ਕਿ ਬਹੁਤ ਸਾਰੇ ਸੁਣਨ ਵਾਲੇ ਦਰਸ਼ਕਾਂ ਦੀਆਂ ਅੱਖਾਂ ਵੀ ਜ਼ਰੂਰ ਖੁੱਲੀਆਂ ਹੋਣਗੀਆਂ ਤੇ
ਸਾਡਾ ਇਹ ਸੰਵਾਦ ਸੁਭਾਵਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਾਂ ਫਿਰ ਤਤਕਾਲੀ ਜਿਹੜੇ ਹੁਕਮਰਾਨ ਹੈਗੇ ਨੇ ਜਾਂ ਸਿਆਸੀ ਜਮਾਤਾਂ ਨੇ ਉਹਨਾਂ ਤੇ ਵੀ ਜ਼ਰੂਰ ਅਸਰ ਛੱਡੇਗਾ। ਔਰ ਕੁੱਲ ਮਿਲਾ ਕੇ ਸਿੱਟਾ ਇਹੀ ਨਿਕਲਦਾ ਹੈ ਕਿ ਇਹ ਮਸਲਾ ਇਕੱਲੇ ਟਵੀਟ ਕਰਨ ਵਾਲਾ, ਫੇਸਬੁੱਕ ਤੇ ਫੋਟੋਆਂ ਪਾ ਕੇ ਤੇ ਸ਼ੌਹਰਤ ਖੱਟਣ ਵਾਲਾ ਮਸਲਾ ਨਹੀਂ ਹੈ। ਇਹ ਮਸਲਾ ਬੜੀ ਗੰਭੀਰਤਾ ਚਿੰਤਨ ਕਰਨ ਵਾਲਾ ਮਸਲਾ ਹੈਗਾ ਔਰ ਸਾਡੀਆਂ ਸਿਰਮੌਰ ਸੰਸਥਾਵਾਂ ਨੂੰ ਇਸ ਮਸਲੇ ਤੇ ਜ਼ਰੂਰ ਜਿਹੜਾ ਚਿੰਤਨ ਕਰਕੇ ਤੇ ਮਸਲਾ ਕੇਂਦਰ ਦੇ ਕੋਲ ਚੁੱਕਣਾ ਚਾਹੀਦਾ, ਤਾਂ ਜੋ ਡਾਇਸਪੋਰਾ ਦੇ ਅੰਦਰ ਜੋ ਸਿੱਖਾਂ ਦੀਆਂ ਧੀਆਂ ਦੇ ਨਾਲ ਜੋ ਇਹ ਧੱਕੇਸ਼ਾਹੀ ਹੋ ਰਹੀ ਹੈ ਜਾਂ ਫਿਰ ਕਿਸੇ ਵੀ ਜਾਤੀ ਦਾ ਮਸਲਾ ਹੋਵੇ, ਪਰ ਸਿੱਖ ਕੌਮ ਦੇ ਆਗੂਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਕੌਮ ਦੇ ਮਸਲਿਆਂ ਤੇ ਗੰਭੀਰਤਾ ਜ਼ਰੂਰ ਵਿਖਾਉਣ। ਨਵੀਆਂ ਔਰ ਤਾਜ਼ਾ